ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਨੇ 12 ਤੋਂ 15 ਸਾਲ ਦੇ ਬੱਚਿਆਂ ਦੇ ਲਈ ਕੀਤੀ ਪਹਿਲੀ ਵੈਕਸੀਨ ਮਨਜ਼ੂਰ। ਫਾਈਜ਼ਰ ਬਾਇਓਐਨਟੈਕ ਬਣੀ ਬੱਚਿਆਂ ਤੇ ਅਸਰ ਕਰਨ ਵਾਲੀ ਪਹਿਲੀ ਵੈਕਸੀਨ। ਐਸਟਰਾਜ਼ੇਨੇਕਾ ਵੈਕਸੀਨ ਤੋਂ ਬਾਅਦ 60 ਸਾਲਾ ਵਿਅਕਤੀ ਦੀ ਮੌਤ। ਨਿਊ ਬ੍ਰਸਵਿਕ ਸਿਹਤ ਅਧਿਕਾਰੀਆਂ ਨੇ ਕੀਤੀ ਇਸ ਦੀ ਪੁਸ਼ਟੀ। ਕੈਨੇਡਾ ਸਰਕਾਰ ਤੇ ਹੋਟਲ ਕੁਆਰੰਟਾਈਨ ਪ੍ਰੋਗਰਾਮ ਦੀ ਖੁੱਲੀ ਪੋਲ। ਨੈਗੇਟਿਵ ਟੈਸਟ ਵਾਲੇ ਯਾਤਰੀਆਂ ਨੂੰ ਜੇਲ੍ਹ ਦੀ ਤਰ੍ਹਾਂ ਮਿਲਦੇ ਨੇ ਹੋਟਲਾਂ 'ਚ ਪ੍ਰਬੰਧ। ਖਬਰਾਂ ਵਿਸਥਾਰ ਦੇ ਨਾਲ। ਹਰ ਕੋਈ ਇਸ ਵੇਲੇ ਵੈਕਸੀਨ ਮਿਲਣ ਦੀ ਭਾਲ ਦੇ ਵਿੱਚ ਹੈ। ਖਾਸ ਕਰਕੇ ਜਦੋਂ ਦਾ ਕੋਵਿਡ-19 ਦੇ ਲੱਛਣ ਬੱਚਿਆਂ ਦੇ ਵਿੱਚ ਦੇਖੇ ਗਏ, ਉਦੋਂ ਤੋਂ ਬੱਚਿਆਂ ਦੇ ਲਈ ਵੀ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਸੀ। ਇਹ ਖੋਜ ਫਿਲਹਾਲ ਕੈਨੇਡਾ ਨੇ ਕਰ ਲਈ ਹੈ। ਆਓ ਦੇਖਦੇ ਹਾਂ ਬ੍ਰੇਕਿੰਗ ਨਿਊਜ਼ ਕਿ ਕਿੰਨੇ ਸਾਲ ਦੇ ਬੱਚਿਆਂ ਦੇ ਲਈ ਕਿਹੜੀ ਵੈਕਸੀਨ ਨੂੰ ਮਿਲੀ ਹੈ मंजूरी। सत श्री अकाल जी। अज दिन है बुधवार ते तारीख है 5 मई और अज की वड्डी खबर ते नज़र पा लैंदे इस वेले दी ब्रेकिंग न्यूज़ ये है कि सारे किते इस विकल्प नूं भालिया जा रहा सीगा कि बच्चों के लिए भी वैक्सीन जिहड़ी है वो होनी बहुत जरूरी है। अजे तक किते खोज नहीं हुई पर कैनेडा ने इसकी खोज कर ली है। जी हाँ, हैल्थ कैनेडा के मुताबिक कोविड-19 टीका हुण 12 तो इस तो वध उम्र के कैनेडियन यानी कि 15 साल वाले बच्चों के उत्ते इस्तेमाल किया जा सकता है। फाइजर बायोएनटेक टीके नूं इस दे लई अधिकारत टीका मन्निया गया है। मतलब कि यह शॉट ਹੁਣ ਕੈਨੇਡਾ ਦੇ ਵਿੱਚ 12 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਦੇ ਲਈ ਮਨਜ਼ੂਰ ਕੀਤੇ ਗਏ ਨੇ। ਹੁਣ ਤੱਕ ਵੈਕਸੀਨ ਸ਼ਾਟ ਸਿਰਫ 16 ਤੋਂ ਵੱਧ ਉਮਰ ਦੇ ਕੈਨੇਡੀਅਨਸ ਲਈ ਹੀ ਮਨਜ਼ੂਰ ਸਨ। ਹੈਲਥ ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਸੁਪ੍ਰਿਆ ਸ਼ਰਮਾ ਨੇ ਕਿਹਾ ਹੈ ਕਿ ਬੱਚਿਆਂ ਦੇ ਵਿੱਚ ਕੋਵਿਡ-19 ਦੀ ਰੋਕਥਾਮ ਦੇ ਲਈ ਕੈਨੇਡਾ ਦੇ ਵਿੱਚ ਅਧਿਕਾਰਤ ਇਹ ਪਹਿਲਾ ਟੀਕਾ ਹੈ ਤੇ ਮਹਾਮਾਰੀ ਦੇ ਵਿਰੁੱਧ ਕੈਨੇਡਾ ਦੀ ਲੜਾਈ ਦੇ ਵਿੱਚ ਇੱਕ ਮਹੱਤਵਪੂਰਨ ਯਾਨੀ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ। ਸ਼ਰਮਾ ਨੇ ਕਿਹਾ ਹੈ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਬੱਚਿਆਂ ਦੇ ਲਈ ਵੈਕਸੀਨ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਐਲਾਨ ਹੋਇਆ ਹੈ ਕਿ ਉਸ ਵੇਲੇ ਜਦੋਂ ਡਰੱਗ ਨਿਰਮਾਤਾਵਾਂ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜਾ ਟੀਕਾ ਹੈ ਉਹ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਪਾਇਆ ਗਿਆ ਸੀ ਤੇ ਪਿਛਲੇ ਮਹੀਨੇ ਦੇ ਅਖੀਰ ਦੇ ਵਿੱਚ ਇੱਕ ਕਲੀਨਿਕਲ ਅਜਮਾਇਸ਼ ਯਾਨੀ ਇੱਕ ਟ੍ਰਾਇਲ ਹੋਇਆ। ਉਸ ਦੇ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਦੇ ਵਿੱਚ ਐਂਟੀਬਾਡੀ ਦੇ ਜ਼ਬਰਦਸਤ ਜਿਹੜੇ ਪ੍ਰਤੀਕਰਮ ਨੇ ਉਹ पैदा किए गए सन। कंपनियां ने दस्सिया कि इस ट्रायल दे विच 12 ते 15 साल दे विचकार दे 2200 तो वध बच्चों ने जिहड़ा ओह हिस्सा लिया सी। सारी गोलीबारी दे विच पीड़ित औरत दी फिलहाल जानकारी दी जा रही है भी मौत हो गई है। जी हाँ, जांचकर्तावां ने पुष्टि की है कि सरी गिलफर्ड के गुआंढ दे विच जिस औरत नूं गोली मारी गई सी उसकी मंगलवार रात नूं जख्मी होने तो बाद मौत हो गई है। आई हिट टीम के मुताबिक उन्होंने मामले की फाइल हुणे अपने हत्थां दे विच लै लई है। हालांकि जांचकर्ता ये नहीं मान रहे कि यह घटना जिहड़ी है वो गैंग दे नाल संबंधित सी। जदों औरत नूं बंदूक की गोली नाल जख्मी होने की खबर मिली तो उसनूं RCMP अधिकारी जख्मी हालत दे विच हस्पताल लैके गए। ਜਦੋਂ ਕਿ ਸਵੇਰੇ 9 ਵਜੇ ਦੇ ਕਰੀਬ ਵੀ 911 ਨੰਬਰ ਦੇ ਉੱਤੇ ਇੱਕ ਕਾਲ 96 ਐਵੇਨਿਊ ਤੇ 160 ਸਟਰੀਟ ਬਾਰੇ ਵੀ ਆਈ ਸੀ। 20 ਸਾਲ ਦੇ ਇੱਕ ਵਿਅਕਤੀ ਨੂੰ ਵੀ ਜਿਹੜਾ ਕਿਹਾ ਜਾ ਰਿਹਾ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜੋ ਪੁਲਿਸ ਗਿਰਫਤ ਵਿੱਚ ਪਹਿਲਾਂ ਵੀ ਭੱਜ ਚੁੱਕਾ ਹੈ। ਸ਼ੁੱਕਰਵਾਰ ਤੋਂ ਬਾਅਦ ਲੋਅਰ ਮੇਨਲੈਂਡ ਦੇ ਵਿੱਚ ਇਹ ਸ਼ੂਟਿੰਗ ਦੀ 5ਵੀਂ ਵਾਰਦਾਤ ਦੱਸੀ ਜਾ ਰਹੀ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ RCMP ਨੇ ਨੰਬਰ ਵੀ ਜਾਰੀ ਕੀਤਾ ਹੈ 604599 0502 ਤੇ ਸੰਪਰਕ ਕਰ ਸਕਦੇ ਹੋ। ਐਸਟਰਾਜ਼ੇਨੇਕਾ ਟੀਕੇ ਤੋਂ ਬਾਅਦ ਬਲੱਡ ਕਲੌਟ ਦੇ ਮਾਮਲੇ ਜਿਹੜੇ ਨੇ ਸਾਹਮਣੇ ਆਉਣਾ ਇੱਕ ਵੱਡਾ ਮੁੱਦਾ ਸੀ। ਨਿਊ ਬ੍ਰੰਸਵਿਕ ਦੇ ਵਿੱਚ ਐਸਟਰਾਜ਼ੇਨੇਕਾ ਵੈਕਸੀਨ ਤੋਂ ਬਾਅਦ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਐਸਟਰਾਜ਼ੇਨੇਕਾ ਟੀਕੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਆਕਸਫੋਰਡ ਐਸਟਰਾਜ਼ੇਨੇਕਾ ਟੀਕਾ ਲਗਵਾਉਣ ਤੋਂ ਬਾਅਦ 60 ਸਾਲਾ ਵਿਅਕਤੀ ਦੀ ਬਲੱਡ ਕਲੌਟਸ ਤੇ ਘੱਟ ਪਲੇਟਲੈਟਸ ਦਾ ਤਜਰਬਾ ਕਰਨ ਤੋਂ ਬਾਅਦ ਮੌਤ ਹੋ ਗਈ। ਪ੍ਰੋਵਿੰਸ ਆਫ ਹੈਲਥ ਦੇ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਜੈਨੀਫਰ ਰਸਲ ਨੇ ਕਿਹਾ ਕਿ ਮਰੀਜ਼ ਨੂੰ ਅਪ੍ਰੈਲ ਦੇ ਵਿੱਚ ਇੱਕ ਖੁਰਾਕ ਮਿਲੀ ਸੀ ਤੇ ਟੀਕਾਕਰਨ ਦੇ 7 ਦਿਨਾਂ ਬਾਅਦ ਉਸ ਦੇ ਲੱਛਣ ਪਾਏ ਗਏ। ਉਹ ਹਸਪਤਾਲ ਗਏ ਤੇ 2 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ। ਰਸਲ ਨੇ ਕਿਹਾ ਕਿ ਉਸਨੇ ਉਸ ਵਿਅਕਤੀ ਦੇ ਪਰਿਵਾਰ ਦੇ ਨਾਲ ਸੋਗ ਵੀ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਸਾਰਿਆਂ ਦੇ ਲਈ ਇੱਕ ਵੱਡਾ ਘਾਟਾ ਹੈ। ਇਸ ਸੂਬੇ ਦੇ ਵਿੱਚ ਥ੍ਰੋਂਬੋਸਾਈਟੋਪੇਨੀਆ ਤੇ ਥ੍ਰੋਂਬੋਸਿਸ ਦੇ ਨਾਲ ਮੌਤ ਹੋਣ ਦਾ ਦੂਜਾ ਮਾਮਲਾ ਹੈ। ਰਸਲ ਨੇ ਕਿਹਾ ਕਿ ਮੈਂ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਟੀਕਾਕਰਨ ਤੋਂ ਬਾਅਦ ਡਾਕਟਰੀ ਪੇਚੀਦਗੀਆਂ ਬਹੁਤ ਘੱਟ ਹੁੰਦੀਆਂ ਨੇ ਪਰ ਉਹ ਹੁੰਦੀਆਂ ਜ਼ਰੂਰ ਨੇ। ਪ੍ਰਾਈਵੇਸੀ ਕਾਰਨ ਉਹਨਾਂ ਕਿਹਾ ਕਿ ਉਹ ਹੋਰ ਵੇਰਵੇ ਤਾਂ ਜਾਰੀ ਨਹੀਂ ਕਰ ਸਕਦੇ। ਰਸਲ ਨੇ ਕਿਹਾ ਕਿ ਪ੍ਰਾਂਤ ਐਸਟਰਾਜ਼ੇਨੇਕਾ ਟੀਕੇ ਦੇ ਜੋਖਮ ਦਾ ਮੁਲਾਂਕਣ ਕਰਨਾ ਜਾਰੀ ਰੱਖੇਗਾ ਇਹ ਸੁਨਿਸ਼ਚਿਤ ਕਰਨ ਲਈ ਕਿ ਇਸ ਦੀ ਵਰਤੋਂ ਦੇ ਨਾਲ ਜੁੜੇ ਜੋਖਮ ਕੋਵਿਡ-19 ਦੇ ਸੰਭਾਵਿਤ ਨਤੀਜਿਆਂ ਦੇ ਅਨੁਪਾਤ ਵਾਲੇ ਹਨ। ਹਸਪਤਾਲ ਤੋਂ ICU ਤੇ ਫਿਰ ਮੌਤ ਹੋਣ ਦੇ ਨਾਲ ਜੁੜੇ ਹੋਏ ਨੇ। ਸਾਡੇ ਕੋਲ ਇਸ ਤਾਰੀਖ ਤੱਕ ਜੋ ਜਾਣਕਾਰੀ
है वो ये है कि लाभ उन्हां जोखमां नालों वधेरे है ते असीं स्थिति का मुलांकन भी करते रहांगे। उन्होंने भी कहा कि सूबे के होर मामलों की जांच भी की जा रही है। एस्ट्राजेनेका टीका इस समय 55 ते इस तो वध उम्र के न्यू ब्रसविक लई खुली हुई है। सूबे नूं हुण तक 48,000 खुराकां मिलियां ने। इस हफ्ते 100 खुराकां का प्रबंध किया गया है। न्यू ब्रसविक ने हुण तक 44,000 खुराकां का प्रबंध किया। उन्होंने कहा असीं इस उत्पाद की वरतों डॉक्टरी सबूतां ते टीकाकरण बारे कौमी सलाहकार कमेटी की सेध अनुसार बड़ी सूझ-बूझ नाल कीती है। रसल ने कहा कि जिन्हां लोकां नूं एस्ट्राजेनेका टीका लगाया गया सी उन्हां नूं डॉक्टरी सहायता लैनी चाहिदी है जे उन्हां दी खुराक लैण तो बाद 4 तो 28 दिनां बाद हेठ लिखे लक्षण नज़र आउंदे ने। साह चढ़ना, छाती च दर्द होना, लत्तां च सो जाना, लगातार पेट दर्द, न्यूरोलॉजिकल लक्षण ते सिर दर्द हुंदी है। टीके की जगह तो बाहर चमड़ी दे नक या छोटे खून के चटाक होंगे ने। मंगलवार को सूबे ने ऐलान किया कि वह अपने टीके की योग्यता का विस्तार करेगी जिस दे विच 50 या इस तो वध उम्र के व्यक्तियों ते 16 साल तो वध उम्र के लोगों को 2 या वधेरे गंभीर हालतों में शामिल किया जाएगा। सेहत मंत्री ने भी कहा है कि उस ऐलान तो बाद 10,000 लोगों ने अपॉइंटमेंट्स लिए बुकिंग करवाइयां ने। जिस डेस्क तो चैनल पंजाबी की रिपोर्ट। किसानों के हक दे विच एक पैदल यात्रा कड्ढी गई। गुरुद्वारा सरी डेल्टा तो शुरू होकर रिचमंड गुरुद्वारा साहिब विखे जाके ये जिहड़ी पैदल यात्रा समाप्त हुई। इस दे विच इकट्ठे होने का सुनेहा सिर्फ ये देना सी कि किसानां दे नाल खड़े होकर केंद्र सरकार दे वल्लों लागू कीते काले कानून जिहड़े रद्द कराए जाण ते होर वधीकियां जिहड़ियां केंद्र सरकार दे वल्लों लोकां दे नाल कीतियां जा रहीआं ने उन्हां दे खिलाफ आवाज़ चुकी जाए। लगातार पहलां भी कैनेडा दे विच बहुत सारे लोग अगे आ रहे सीगे, रैलियां कीतियां जा रहीआं सी, किसानां दे हक दे विच लोग खड़े सी ते इस पैदल यात्रा नूं भी कड्ढण दा मकसद यही सीगा कि जिन्ने भी लोग ने वो सुनेहा दे सकन भी कैनेडा के लोग भी जिहड़े ने वो सारे उत्थे किसान जथेबंदियां दे नाल खड़े ने ते किसानां दे हक दे नाल जिहड़ा है वो आवाज़ चुकण दे लई तैयार ने। सो इस टीम का भी यही उपराला सी, इन्हां दे वल्लों जिहड़ा इस लई ये पैदल यात्रा कड्ढी गई ताकि इस सुनेहे नूं हर थाई पहुँचाया जा सके। जिहदे एडमिंटन तो अपडेट ते नज़र मार लैंदे आ। चैनल पंजाबी वेख रहे समूह दर्शकों को कुलमीत सिंह वालों निੱਘੀ जी आया। वाहिगुरू जी का खालसा, वाहिगुरू जी की फतेह। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਜਿਹੜੇ ਵੱਧ ਰਹੇ ਕੇਸ ਨੇ ਕੋਵਿਡ-19 ਦੇ ਉਹਨਾਂ ਨੂੰ ਵੇਖਦਿਆਂ ਹੋਇਆਂ ਨਵੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਜੀ ਉਹ ਲਾਗੂ ਕਰ ਦਿੱਤੀਆਂ ਨੇ। ਇਸ ਆਉਂਦੇ ਸ਼ੁੱਕਰਵਾਰ ਤੋਂ ਲਾਗੂ ਹੋ ਰਹੀਆਂ ਨੇ। ਹਾਲਤ ਇਸ ਤਰ੍ਹਾਂ ਬਣੀ ਹੈ ਕਿ ਜਿਹੜੇ ਕੇਸ ਆ ਕੋਵਿਡ-19 ਦੇ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਵੱਧਦੇ ਹੀ ਤੁਰੇ ਆ ਰਹੇ ਸੀਗੇ। ਕੱਲ੍ਹ ਯਾਨੀ ਕਿ ਮੰਗਲਵਾਰ ਵਾਲੇ ਦਿਨ 1700 ਕੁਛ ਕੇਸ ਜਿਹੜੇ ਆਏ ਨਹੀਂ ਜੀ। ਔਰ ਜਿਹੜੀ ਫਿਕਰ ਵਾਲੀ ਗੱਲ ਹੈ ਕਿ ਉਹ ਜਿਹੜੇ ਵੇਰੀਐਂਟ ਆ ਨਾ ਨਵੇਂ ਆ ਰਿਹਾ, ਉਹ ਵੇਰੀਐਂਟ ਦੇ ਕੇਸ ਜਿਹੜੇ ਆ ਜੀ ਉਹ 64% ਦੇ ਕਰੀਬ ਹੋਏ ਨੇ ਔਰ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਆ ਫੈਲ ਰਿਹਾ। ਸੋ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਨਾ ਹੋਵੇ ਕਿ ਜਿਹੜਾ ਹੌਸਪੀਟਲ ਹੈ ਨੇ ਉਹ ਓਵਰਵੈਲਮ ਹੋ ਜਾਣ, ਯਾਨੀ ਕਿ ਉੱਥੇ ਇੰਨੇ ਜ਼ਿਆਦਾ ਪੇਸ਼ੈਂਟਸ ਆ ਜਾਣ ਕਿ ਉਹ ਸਾਂਭ ਨਾ ਸਕਣ। ਕਿਉਂਕਿ ICU ਬੈੱਡ ਜਿਹੜੇ ਜੀ ਉਹ 100 ਤੇ ਤਕਰੀਬਨ 51 ਦੇ ਕਰੀਬ ਆਲਰੇਡੀ ਉੱਥੇ ਮਰੀਜ਼ ਹੈ ਨੇ ਜੇਰੇ ਇਲਾਜ ਔਰ 670 ਦੇ ਕਰੀਬ ਜਿਹੜੇ ਉੱਥੇ ਹੌਸਪੀਟਲਾਈਜੇਸ਼ਨ ਹੋਈ ਆ ਪੇਸ਼ੈਂਟਸ ਦੀ ਆਲਰੇਡੀ। ਔਰ ਉਹਨਾਂ ਨੂੰ ਇਹ ਖਤਰਾ ਲੱਗ ਰਿਹਾ ਕਿ ਹੋਰ ਵੀ ਪੇਸ਼ੈਂਟ ਜਿਹੜੇ ਦੂਸਰੀਆਂ ਹੋਰ ਕਿਸੇ ਬਿਮਾਰੀ ਨਾਲ ਹੌਸਪੀਟਲ 'ਚ ਆਉਂਦੇ ਆ ਅਤੇ ਉਹਨਾਂ ਨੂੰ ਉਹ ਉੱਥੇ ਸੇਵਾਵਾਂ ਨਹੀਂ ਮਿਲ ਸਕਦੀਆਂ। ਪਿਛਲੇ ਦਿਨਾਂ ਦੇ ਵਿੱਚ ਕੁਝ ਡਾਕਟਰਸ ਨੇ ਉਹਨਾਂ ਨੂੰ ਖਤ ਲਿਖ ਕੇ ਭੇਜਿਆ ਸੀ ਕਿ ਤੁਸੀਂ ਜਿਹੜਾ ਟਰਾਇਜ ਸਿਸਟਮ ਆ ਉਹ ਸ਼ੁਰੂ ਕੀਤਾ ਜਾਵੇ, ਯਾਨੀ ਕਿ ਉਹਦੇ ਵਿੱਚ ਡਾਕਟਰ ਜਿਹੜੇ ਸੀ ਜੀ ਉਹ ਫੈਸਲਾ ਕਰਨਗੇ ਕਿ ਕਿਹੜੇ ਮਰੀਜ਼ ਨੂੰ ਸਹਾਇਤਾ ਦਿੱਤੀ ਜਾਵੇ ਅਤੇ ਕਿਹਨੂੰ ਨਹੀਂ, ਯਾਨੀ ਕਿ ਕਿਹਦੀ ਜਾਨ ਬਚਾਈ ਜਾਵੇ ਅਤੇ ਕਿਹਦੀ ਨਹੀਂ। ਪਰ ਅੱਜ ਕੱਲ੍ਹ ਜੀ ਜੇਸਨ ਕੈਨੀ ਹੋਰਾਂ ਨੇ ਇਹ ਗੱਲ ਆਖੀ ਆ ਕਿ ਅਸੀਂ ਇਹ ਕਦੇ ਵੀ ਇਸ ਤਰ੍ਹਾਂ ਅਲਾਓ ਨਹੀਂ ਕਰਾਂਗੇ ਕਿ ਡਾਕਟਰ ਜਿਹੜੇ ਨੇ ਉਹ ਡਿਸਾਈਡ ਕਰਨ। ਅਸੀਂ ਲੋਕਾਂ ਨੂੰ ਇਸ ਗੱਲੋਂ ਬੇਨਤੀ ਕਰਦੇ ਹਾਂ ਵੀ ਆਹ ਜਿਹੜੀਆਂ ਨਵੀਆਂ ਉਹਨਾਂ ਨੇ ਰਿਸਟ੍ਰਿਕਸ਼ਨਸ ਲਾਈਆਂ, ਗਾਈਡਲਾਈਨਸ ਦਿੱਤੀਆਂ ਨੇ, ਉਹਨਾਂ ਨੂੰ ਫਾਲੋ ਕੀਤਾ ਜਾਵੇ ਤਾਂ ਕਿ ਕੇਸ ਜਿਹੜੇ ਆ ਉਹ ਘੱਟ ਹੋ ਸਕਣ। ਉਹਦੇ ਵਿੱਚ ਜੀ ਆਉਂਦੇ ਸ਼ੁੱਕਰਵਾਰ ਤੋਂ ਉਹਨਾਂ ਕਿਹਾ ਵੀ ਜਿਹੜੇ ਸਾਰੇ ਹੀ ਸਕੂਲ ਆ ਨਾ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਉਹ ਸਾਰੇ ਔਨਲਾਈਨ ਲਰਨਿੰਗ ਹੋਵੇਗੀ, ਯਾਨੀ ਕਿ ਬੱਚੇ ਘਰਾਂ ਵਿੱਚ ਹੀ ਪੜ੍ਹਨਗੇ, ਸਕੂਲ ਦੇ ਵਿੱਚ ਨਹੀਂ ਜਾਣਗੇ। ਜਿਹੜੀ ਆਊਟਡੋਰ ਗੈਦਰਿੰਗਸ ਸੀਗੀਆਂ ਜੀ ਅੱਗੇ ਉਹਦੇ ਵਿੱਚ ਸੀ ਕਿ 10
ਵਿਅਕਤੀ ਇਕੱਠੇ ਹੋ ਸਕਦੇ ਸੀ, ਹੁਣ ਉਹਨਾਂ ਕਿਹਾ ਕਿ 5 ਵਿਅਕਤੀ ਹੀ ਇਕੱਠੇ ਹੋ ਸਕਦੇ ਆ ਔਰ ਸਿਰਫ 2 ਘਰਾਂ ਦੇ ਹੀ ਉੱਥੇ ਉਹ ਵਿਅਕਤੀ ਜਿਹੜੇ ਕੋਹੋਰਟ ਹੋਣਗੇ ਉਹ ਹੀ ਆ ਸਕਦੇ ਆ, ਹੋਰ ਪਰਿਵਾਰ ਜਿਹੜੇ ਆ ਉਹ ਇਕੱਠੇ ਨਹੀਂ ਹੋ ਸਕਦੇ। ਅਤੇ ਜਿਹੜੀਆਂ ਜਗ੍ਹਾ ਜਿਵੇਂ ਗੁਰਦੁਆਰੇ, ਮੰਦਿਰ, ਚਰਚਿਜ਼ ਨੇ, ਉੱਥੇ ਸਿਰਫ 15 ਵਿਅਕਤੀ ਹੀ ਜਾ ਸਕਦੇ ਨੇ ਐਟ ਏ ਟਾਈਮ। ਔਰ ਇਸੇ ਤਰ੍ਹਾਂ ਹੀ ਫਿਊਨਰਲ ਹੋਮ ਦੇ ਵਿੱਚ ਅੱਗੇ 20 ਵਿਅਕਤੀ ਸੀ ਜੀ, ਉਹ ਵੀ ਉਹਨਾਂ ਨੇ ਗਿਣਤੀ ਘਟਾ ਕੇ 10 ਕਰ ਦਿੱਤੀ ਆ। ਔਰ ਜਿਹੜੀਆਂ ਦੁਕਾਨਾਂ ਦੇ ਵਿੱਚ ਰੀਟੇਲ ਸਟੋਰਸ ਨੇ, ਲੋਕ ਜਿੱਥੇ ਜਾਂਦੇ ਜੀ ਖਰੀਦੋ ਫਰੋਖਤ ਕਰਨ ਲਈ, ਉਹਨਾਂ ਦੀ ਜਿਹੜੀ ਹੈ ਕਪੈਸਿਟੀ, ਉਹਨਾਂ ਨੇ ਕਿਹਾ ਕਿ ਜਿੰਨੀ ਉਹਨਾਂ ਦੀ ਫਾਇਰ ਕੋਡ ਕਪੈਸਿਟੀ ਆ ਉਹਦਾ ਸਿਰਫ 10% ਜਾਂ ਵੱਧ ਤੋਂ ਵੱਧ 5 ਕਸਟਮਰ ਜਿਹੜੇ ਆ ਜੀ ਉੱਥੇ ਉਹਨਾਂ ਦੇ ਉਸ ਵੇਲੇ ਹੋ ਸਕਦੇ ਆ। ਔਰ ਹੋਰ ਉਹਨਾਂ ਨੇ ਜਿਹੜੇ ਪਰਸਨਲ ਗਰੂਮਿੰਗ ਬਿਜ਼ਨਸਿਸ ਹੈਗੇ ਆ, ਉਹ ਸਾਰੇ ਦੇ ਸਾਰੇ ਉਹਨਾਂ ਬੰਦ ਕਰ ਦਿੱਤੇ ਆ ਵੀ ਉਹ ਉਨੀ ਦੇਰ ਤੱਕ ਨਹੀਂ ਖੋਲ੍ਹੇ ਜਾ ਸਕਦੇ। ਇਹ 25 ਮਈ ਤੱਕ ਹੈ ਜੀ ਸਾਰੀ ਗੱਲਬਾਤ ਜਿਹੜੀ ਚੱਲਣੀ, ਔਰ ਇਸ ਆਉਂਦੇ ਸ਼ੁੱਕਰਵਾਰ ਨੂੰ ਆਰੰਭ ਹੋ ਜਾਣੀ ਆ। ਔਰ ਨਾਲ ਦੀ ਨਾਲ ਉਹਨਾਂ ਜਿਹੜੇ ਜੁਰਮਾਨੇ ਆ ਲੋਕਾਂ ਨੂੰ, ਜਿਹੜੇ ਇਸ ਗੱਲ ਨੂੰ, ਇਹਨਾਂ ਦੀਆਂ ਗੱਲਾਂ ਨੂੰ ਨਹੀਂ ਮੰਨਣਗੇ, ਉਹ ਜੁਰਮਾਨੇ ਅੱਗੇ $1000 ਸੀ ਜੀ, ਉਹ ਵਧਾ ਕੇ $2000 ਕਰ ਦਿੱਤਾ ਗਿਆ। ਔਰ ਵੱਧ ਤੋਂ ਵੱਧ ਜਿਹੜਾ ਜੁਰਮਾਨਾ ਜੀ ਉਹ $1,00,000 ਦਾ ਹੈ, ਔਰ ਉਹ ਵੀ ਕੀਤਾ ਜਾ ਸਕਦਾ ਹੈ। ਰੈਸਟੋਰੈਂਟਾਂ ਲਈ ਜਿਹੜੀ ਹੈ ਜੀ ਉਹ ਉਹਨਾਂ ਨੇ ਨੋ ਡਾਈਨਿੰਗ ਇਨਡੋਰ, ਔਰ ਨਾਲ ਦੀ ਨਾਲ ਪੈਟੀਓ ਡਾਈਨਿੰਗ ਦਾ ਅੱਗੇ ਨਾ ਅਲਾਓ ਕੀਤਾ ਸੀ, ਇਹਨਾਂ ਨੇ ਉਹ ਵੀ ਹੁਣ ਬੰਦ ਕਰ ਦਿੱਤਾ ਜੀ ਵੀ ਪੈਟੀਓ ਡਾਈਨਿੰਗ ਵੀ ਨਹੀਂ ਹੋਵੇਗੀ, ਸਿਰਫ ਟੇਕ ਆਊਟ ਹੀ ਹੋ ਸਕਦਾ ਹੈ, ਯਾਨੀ ਕਿ ਡਿਲੀਵਰੀ ਜਿਹੜੀ ਆ ਜੀ ਉਹ ਕਰ ਸਕਦੇ ਨੇ ਫੂਡ ਦੀ, ਉੱਥੇ ਬੈਠ ਕੇ ਖਾਣਾ ਕੋਈ ਨਹੀਂ ਖਾ ਸਕਦਾ। ਔਰ ਇਹ ਉਹਨਾਂ ਨੇ ਬਾਰ-ਬਾਰ ਗੱਲ ਦੁਹਰਾਈ ਹੈ ਕਿ ਅਸੀਂ ਆਪਣੇ ਹੈਲਥ ਸਿਸਟਮ ਨੂੰ ਇਸ ਤਰ੍ਹਾਂ ਓਵਰਵੈਲਮ ਨਹੀਂ ਹੋਣ ਦੇਵਾਂਗੇ। ਸੋ ਇਹ ਅੱਜ ਦੇ ਸੁਨੇਹੇ ਸੀ ਜੀ ਜੇਸਨ ਕੈਨੀ ਹੋਰਾਂ ਦੇ। ਪਰ ਜਿਹੜੇ ਸਾਡੇ ਸਾਬਕਾ ਚੀਫ ਮੈਡੀਕਲ ਆਫਿਸਰ ਆ ਮਿਸਟਰ ਟੈਲਬਟ, ਉਹਨਾਂ ਦਾ ਕਹਿਣਾ ਆ ਵੀ ਇਹ ਜਿਹੜੀਆਂ ਗੱਲਾਂ ਬਾਤਾਂ ਅੱਜ ਜੇਸਨ ਕੈਨੀ ਹੋਰਾਂ ਨੇ ਕਹੀਆਂ ਨੇ, ਉਹ ਕਹਿੰਦੇ ਜੀ ਵੀ ਕੁਛ ਕੰਪਲੀਕੇਟਡ ਗੱਲਬਾਤ ਹੋ ਜਾਂਦੀ ਹੈ ਲੋਕਾਂ ਲਈ, ਵੀ ਇਹਨਾਂ ਨੂੰ ਸਿੱਧੀ ਸਾਦੀ ਗੱਲ ਮਤਲਬ ਇੱਕ ਕਿਸਮ ਦਾ ਲੋਕਡਾਊਨ ਕਰ ਦੇਣਾ ਚਾਹੀਦਾ ਸੀ, ਰਾਦਰ ਦੈਨ ਇਹ ਕਹਿਣ ਦੇ ਕਿ ਭਾਈ ਆ ਫਲਾਣੇ ਦਿਨ ਫਲਾਣੇ ਬੰਦੇ ਜਿਹੜੇ ਆ ਇੰਨੇ % ਇਕੱਠੇ ਹੋ ਸਕਦੇ ਆ ਜਾਂ ਇੰਨੇ ਬੰਦੇ, ਉਹ ਲੋਕਡਾਊਨ ਹੀ ਕਰ ਦੇਣਾ ਚਾਹੀਦਾ ਸੀ 3 ਹਫ਼ਤਿਆਂ ਲਈ, ਔਰ ਉਸ ਤੋਂ ਬਾਅਦ ਦੇਖਦੇ ਕਿ ਸੂਰਤ ਹਾਲ ਕੀ ਆ। ਉਹ ਕਹਿੰਦੇ ਵੀ ਜਦੋਂ ਇੱਕੋ ਹੀ ਕਿਸਮ ਦਾ COVID-19 ਦੀ ਗੱਲਬਾਤ ਸੀ, ਉਦੋਂ ਜਿਹੜਾ ਲੋਕਡਾਊਨ ਕੀਤਾ ਗਿਆ ਸੀਗਾ ਉਹ ਇਹਦੋਂ ਜ਼ਿਆਦਾ ਸਖਤ ਸੀਗਾ। ਹੁਣ ਸਗੋਂ ਜਿਹੜੇ ਵੇਰੀਐਂਟ ਆ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਨੇ, ਇਸ ਕਰਕੇ ਇਹਨਾਂ ਨੂੰ ਉਹ ਲੋਕਡਾਊਨ ਦੁਬਾਰਾ ਜਿਹੜਾ ਸੀਗਾ ਲਾ ਦੇਣਾ ਚਾਹੀਦਾ। ਪਰ ਜੇਸਨ ਕੈਨੀ ਹੋਰੀ ਨਾਲ ਦੀ ਨਾਲ ਇਹ ਵੀ ਸੁਨੇਹਾ ਦੇ ਰਹੇ ਸੀਗੇ ਲੋਕਾਂ ਨੂੰ ਭਈ ਜਿਹੜੀ ਵੈਕਸੀਨ ਹੈਗੀ ਆ ਉਹ ਜ਼ਰੂਰ ਟੀਕੇ ਲਵਾ ਲੈਣੇ ਚਾਹੀਦੇ ਆ। ਬਹੁਤ ਸਾਰੇ ਲੋਕਾਂ ਨੇ ਲਵਾਏ ਵੀ ਨੇ, ਪਹਿਲੀ ਡੋਜ਼ ਲੋਕਾਂ ਨੇ ਲੈ ਲਈ ਹੈ, ਪਰ ਉਹ ਕਹਿੰਦੇ ਵੀ ਜਿਹੜੇ ਲੋਕ ਹਜੇ ਜਿਨ੍ਹਾਂ ਨੇ ਨਹੀਂ ਲਵਾਈ ਵੈਕਸੀਨ ਉਹ ਜ਼ਰੂਰ ਲਵਾ ਲੈਣੀ ਚਾਹੀਦੀ ਹੈ। ਇਸ ਵੇਲੇ ਇਸ ਯੁੱਧ ਦੇ ਵਿੱਚ ਵੈਕਸੀਨ ਜਿਹੜੀ ਆ ਉਹ ਕਹਿੰਦੇ ਜੀ ਕੰਮ ਆ ਸਕਦੀ ਆ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਫਿਲਹਾਲ ਸਮਾਂ ਹੋ ਚਲਾ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਕੈਨੇਡਾ ਸਰਕਾਰ ਨੇ ਹੋਟਲ ਕੁਆਰੰਟੀਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਦੋਂ ਅਸੈਂਸ਼ੀਅਲ ਟਰੈਵਲ ਜਿਹੜਾ ਉਸ ਨੂੰ ਲੈ ਕੇ ਬਹੁਤ ਸਾਰੀਆਂ ਹਦਾਇਤਾਂ ਆਈਆਂ ਸੀ ਕਿ ਜਿਹੜੇ ਲੋਕ ਜ਼ਰੂਰੀ ਨੇ ਉਹੀ ਸਿਰਫ ਸਫ਼ਰ ਕਰ ਸਕਦੇ ਨੇ, ਜਿਹੜੇ ਬਿਨਾਂ ਜਿਹੜੇ ਜ਼ਰੂਰਤ ਦੇ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਕੁਆਰੰਟੀਨ ਆ ਕੇ ਹੋਣਾ ਪਏਗਾ। ਉਸ ਲਈ ਜ਼ਾਹਿਰ ਜੀ ਗੱਲ ਹੈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਸੀ ਤੇ ਨਾਲ ਹੀ ਖਰਚਾ ਵੀ ਦੱਸਿਆ ਗਿਆ ਸੀ, ਜਿਸ ਦਾ ਮਕਸਦ ਸੀ ਕੈਨੇਡਾ ਜਿਹੜਾ ਵੀ ਯਾਤਰੀ ਪਹੁੰਚ ਰਿਹਾ ਹੈ ਉਸ ਨੂੰ 3 ਦਿਨ ਤਾਂ ਹੋਟਲ ਦੇ ਵਿੱਚ ਰਹਿਣਾ ਪਵੇਗਾ ਤੇ ਫਿਰ ਉਹ ਕੋਵਿਡ ਟੈਸਟ ਕਰਵਾਏਗਾ। ਰਿਪੋਰਟ ਦੇ ਬਿਹਾਫ ਤੇ ਜਿਹੜਾ ਅਗਲਾ ਡਿਸੀਜ਼ਨ ਲਿਆ ਜਾਣਾ ਸੀ। ਹੋਟਲ ਦੇ ਵਿੱਚ ਪ੍ਰਬੰਧ ਵੀ ਸਾਰੇ ਕੀਤੇ ਗਏ। ਇਹ ਜਿਹੜੀ ਦੁਹਾਈ ਸਰਕਾਰਾਂ ਦੇ ਵੱਲੋਂ ਦਿੱਤੀ ਜਾ ਰਹੀ ਸੀ, ਇਹਨਾਂ ਹੋਟਲਾਂ ਦੀ ਸੱਚਾਈ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ, ਉਸ ਸ਼ਖਸ ਨੇ ਬਿਆਨ ਕੀਤੀ, ਇਹ ਸਾਰੀ ਪੋਲ ਖੋਲੀ ਉਹਨੇ ਜਿਨ੍ਹੇ ਖੁਦ ਇਸ ਦਾ ਤਜਰਬਾ ਕੀਤਾ। ਮੇਲਦੀਪ ਸਿੰਘ ਟੋਰ ਦੇ ਨਾਲ ਅਸੀਂ ਹਰ ਪਹਿਲੂ ਦੇ ਵੱਲੋਂ ਗੱਲਬਾਤ ਕੀਤੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕਿਵੇਂ ਉਹਨਾਂ ਦਾ ਸਫ਼ਰ ਰਿਹਾ, ਪ੍ਰਬੰਧ ਕੀਤੇ ਗਏ ਸੀ, ਕੁਆਰੰਟੀਨ ਪ੍ਰਕਿਰਿਆ ਸਾਰੀ ਕਿਵੇਂ ਚੱਲੀ, ਤਾਂ ਮੇਲਦੀਪ ਸਿੰਘ ਨੇ ਜੋ ਗੱਲਾਂ ਕਹੀਆਂ ਉਹ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਪੂਰੀ ਇੰਟਰਵਿਊ ਨੂੰ ਗੌਰ ਦੇ ਨਾਲ ਸੁਣੋ।
ਜੀ ਮੇਲਦੀਪ ਜੀ, ਹਾਲ ਹੀ ਦੇ ਵਿੱਚ ਤੁਸੀਂ ਭਾਰਤ ਤੋਂ ਸਫ਼ਰ ਕਰਕੇ ਵਿਨੀਪੈਗ ਪਹੁੰਚੇ ਹੋ। ਇਸ ਸਫ਼ਰ ਬਾਰੇ ਸਾਨੂੰ ਡਿਟੇਲ ਦੇ ਵਿੱਚ ਦੱਸੋ ਵੀ ਇਸ ਸਫ਼ਰ ਦੇ ਦੌਰਾਨ ਕੀ ਕੁਝ ਹੋਇਆ, ਖਾਸ ਕਰਕੇ ਤੁਹਾਡੀ ਜਿਹੜੀ ਕੁਆਰੰਟੀਨ ਪ੍ਰਕਿਰਿਆ ਸੀਗੀ ਉਹ ਕਿਵੇਂ ਚੱਲੀ, ਕਿੰਨੇ ਵਜੇ ਤੁਸੀਂ ਕਿੱਥੇ ਉਤਰੇ, ਕਿਵੇਂ ਫਿਰ 에ਅਰਪੋਰਟ ਤੇ ਤੁਸੀਂ ਗਏ, ਉਹ ਸਾਰੇ ਪਲੀਜ਼ ਆਪਣੇ ਸਫ਼ਰ ਬਾਰੇ ਥੋੜਾ ਜਿਹਾ ਦੱਸੋ। ਹਾਂਜੀ, ਮੈਂ 1 ਤਰੀਕ ਨੂੰ ਦਿੱਲੀ ਤੋਂ ਚੱਲਿਆ ਜੀ। 2 ਤਰੀਕ ਵੈਨਕੂਵਰ ਸ਼ਾਮੀ 6:45 ਤੇ ਇੱਥੇ ਉਤਰੇ ਆ। ਤੇ ਹੋਟਲ ਦੀ ਲਿਸਟ ਸਾਡੇ ਕੋਲ ਸੀਗੀ, ਉਹਨਾਂ ਨੇ ਹੋਟਲ ਲਿਸਟ ਚੈੱਕ ਕੀਤੀ ਤੇ ਜਿਨ੍ਹਾਂ ਕੋਲ ਹੋਟਲ ਲਿਸਟ ਨਹੀਂ ਸੀਗੀਆਂ ਉਹਦੀ ਵੀ ਕਾਲਿੰਗ ਕਰ ਰਹੇ ਸੀਗੇ ਵੀ ਤੁਸੀਂ ਹੋਟਲ ਹੈਵ ਟੂ ਵੀ ਆ, ਤੁਹਾਨੂੰ ਬੁੱਕ ਤੁਸੀਂ ਕਰ ਸਕਦੇ ਹੋ। ਲਿਸਟ ਰੱਖੀ ਸੀ ਕਾਊਂਟਰ ਤੇ, ਉੱਥੇ ਹੀ ਕੋਵਿਡ ਟੈਸਟ ਲੈਂਦੇ ਆ ਤੇ ਆਊਟਸਾਈਡ ਟੈਸਟ ਲਿਆ ਉਹਨਾਂ ਨੇ। ਟੈਸਟ ਲੈਣ ਤੋਂ ਬਾਅਦ ਤੁਹਾਨੂੰ ਵੇਟ ਕਰਨੀ ਪੈਂਦੀ ਹੈ। ਜਿਹੜੇ ਹੋਟਲ ਨੇ ਉਹੀ ਪਿਕਅਪ ਐਂਡ ਡ੍ਰੌਪ ਆਫ ਦਾ ਉਹਨਾਂ ਨੇ ਅਰੇਂਜ ਕੀਤਾ ਹੋਇਆ ਐਂਡ ਫੂਡ ਤੁਹਾਡਾ ਇਨਕਲੂਡਡ ਆ 3 ਡੇਜ਼ ਦੇ ਵਿੱਚ। ਓਕੇ। ਤੇ ਹੋਟਲ ਦੀ ਵੈਨ ਆਉਂਦੀ ਆ, ਉਹ ਤੁਹਾਨੂੰ ਲੈ ਕੇ ਜਾਂਦੇ ਆ ਹੋਟਲ ਦੇ ਵਿੱਚ। ਉਹ ਤੁਹਾਡੇ ਬੈਗ ਪਿਕ ਕਰਦੇ ਆ, ਵੈਨ ਦੇ ਵਿੱਚ ਰੱਖਦੇ ਆ, ਉੱਥੇ ਤੁਹਾਡੇ ਬੈਗ ਡ੍ਰੌਪ ਕਰ ਦਿੱਤੇ ਜਾਂਦੇ ਆ। ਤੁਹਾਨੂੰ ਰੂਮ ਕੀ ਦੇ ਦਿੰਦੇ ਆ ਜਾਂਦਿਆਂ ਨੂੰ, ਤੇ ਤੁਸੀਂ ਆਪਣਾ ਰੂਮ ਦੇ ਵਿੱਚ ਜਾਣਾ ਵਾ। ਰੁਕੇ ਹੋ ਔਰ ਤੁਹਾਡੀ ਜਿਹੜੀ ਬੁਕਿੰਗ ਸੀਗੀ ਉਹ ਤੁਸੀਂ ਕਦੋਂ ਕੀਤੀ ਔਰ ਕਿਹੜੀ ਤਰੀਕ ਨੂੰ ਤੁਸੀਂ ਜਿਹੜਾ ਇਹ ਸਫ਼ਰ ਕੀਤਾ ਤੇ ਕਿਹੜੀ ਤਰੀਕ ਨੂੰ ਤੁਸੀਂ ਪਹੁੰਚੇ ਹੋ, ਇਹਦੇ ਬਾਰੇ ਵੀ ਥੋੜਾ ਦੱਸੋ। ਮੈਂ 2 ਅਪ੍ਰੈਲ ਨੂੰ ਇੱਥੇ ਵੈਨਕੂਵਰ ਪਹੁੰਚਿਆ ਜੀ। ਤੇ ਨੀਅਰ ਅਬਾਊਟ 15 ਕੁ ਦਿਨ ਪਹਿਲਾਂ ਬੁਕਿੰਗ ਕੀਤੀ ਸੀ ਆਨਲਾਈਨ, ਜਿਹੜੀ ਕਿ ਗਵਰਨਮੈਂਟ ਦੀ ਵੈਬਸਾਈਟ ਤੋਂ ਆਪਾਂ ਬੁਕਿੰਗ ਕਰਨੀ ਹੁੰਦੀ ਆ। ਜੇ ਆਪਾਂ ਨਾਰਮਲ ਉਹਦੇ ਉੱਤੇ ਲਿਸਟਡ ਆ ਕਿਹੜੇ ਕਿਹੜੇ ਹੋਟਲਸ ਨੇ। ਜੇ ਆਪਾਂ ਨਾਰਮਲ ਬੁਕਿੰਗ ਹੋ ਜਾਂਦੀ ਆ ਤਾਂ ਉਹਦਾ ਪ੍ਰਾਈਸ ਜਿੱਦਾਂ $100 ਆ, ਤੇ ਜਿਹੜੀ ਇਹ ਬੁਕਿੰਗ ਆ ਕੁਆਰੰਟਾਈਨ ਦੀ ਨੀਅਰ ਅਬਾਊਟ ਸਾਰੇ ਹੀ ਸਟਾਰਟਿੰਗ $300 ਤੋਂ ਆ, ਵਿੱਚ ਉਹਦੇ ਪਿਕਅਪ ਡ੍ਰੌਪ ਅਪ ਐਂਡ ਫੂਡ ਤੁਹਾਡਾ ਵਿੱਚ ਆ। 3 ਦਿਨ ਦਾ, ਰਾਈਟ? 3 ਦਿਨ ਦਾ, ਹਾਂਜੀ। ਤੇ 에ਅਰਪੋਰਟ ਤੇ ਆਪਾਂ ਉਤਰਦੇ ਆ 2 ਅਪ੍ਰੈਲ ਨੂੰ ਮੈਂ ਉਤਰਿਆ ਵਾਂ। 5 ਤਰੀਕ ਨੂੰ ਮੇਰੀ ਨੈਕਸਟ ਫਲਾਈਟ ਬੁਕਿੰਗ ਸੀਗੀ ਫਰੋਮ ਵੈਨਕੂਵਰ ਟੂ ਵਿਨੀਪੈਗ। ਓਕੇ। ਬਟ ਹੁਣ ਉੱਥੇ ਕਈ ਬੰਦਿਆਂ ਨਾਲ ਇਹ ਹੋ ਰਿਹਾ ਕਿ ਇੱਕ ਮੇਰੇ ਫਲਾਈਟ ਦੇ ਵਿੱਚ ਹੀ ਕਲੀਗ ਸੀਗੇ, ਉਹਨਾਂ ਨੇ ਹੋਟਲ ਨਹੀਂ ਸੀ ਮਿਲ ਰਿਹਾ। ਉਹਨਾਂ ਨੂੰ ਉਹੀ ਹੋਟਲ ਵੈਨਕੂਵਰ ਦੇ ਵਿੱਚ $1700 ਦਾ ਮਿਲਿਆ ਇੱਕ ਪਰਸਨ। ਤੇ ਮੈਨੂੰ ਬੁਕਿੰਗ ਹੈ ਜਿਹੜੀ ਉਹ 1100 ਦੀ ਮਿਲ ਗਈ। ਬਟ ਦਾ ਪੁਆਇੰਟ ਇਜ਼ ਨਾ ਤਾਂ ਤੁਹਾਨੂੰ ਫੂਡ ਚੱਜ ਦਾ ਮਿਲ ਰਿਹਾ ਵਾ, ਠੀਕ ਹੈ, ਨਾਲੇ ਉਹ ਬਿਹੇਵੀਅਰ ਪ੍ਰਿਜ਼ਨਰ ਦੀ ਤਰ੍ਹਾਂ ਕਰਦੇ ਆ, ਜਿੱਦਾਂ ਕਿ ਤੁਸੀਂ ਪ੍ਰਿਜ਼ਨਰ ਹੋ। ਜਾਂਦੇ ਟਾਈਮ ਤੁਹਾਨੂੰ ਤੁਹਾਡੇ ਬੈਗ ਬੜੇ ਰਿਸੀਵ ਕਰਦੇ ਆ, ਥੈਂਕ ਯੂ, ਵੈਲਕਮ ਟੂ ਆਵਰ ਹੋਟਲ, this and that, this is your room key. When we are required anything from the room, service call ਕਰਦੇ ਆ, no, we don't allow, we don't give you anything. Even then they don't give you if you need a tea, they said we don't know, not even then hot water. ਓਕੇ। ਫਿਰ ਫੂਡ ਦੀ ਗੱਲ ਆ ਜਾਂਦੀ ਹੈ। ਫੂਡ ਉਹ ਕਹਿੰਦੇ ਗਵਰਨਮੈਂਟ ਨੇ ਅਰੇਂਜ ਕੀਤਾ ਹੋਇਆ, ਗਵਰਨਮੈਂਟ ਤੁਹਾਨੂੰ ਫੂਡ ਜੋ ਸਾਨੂੰ ਲਾਓ ਉਹੀ ਦੇਣਾ। ਹੁਣ ਉਹਦੇ ਵਿੱਚ ਤੁਹਾਨੂੰ ਜੋ ਰੂਮ ਦੇ ਬਾਹਰ ਮਾਰਨਿੰਗ 8 to 9 ਲੰਚ ਦਾ ਬੈਗ ਰੱਖ ਜਾਂਦੇ ਆ, ਜੋ ਹੈਗਾ ਉਹੀ ਤੁਹਾਨੂੰ ਖਾਣਾ ਪੈਣਾ। 1 ਵਜੇ ਫੇਰ ਤੁਹਾਨੂੰ ਜੋ ਰੱਖ ਗਿਆ ਉਹ ਚੱਕ ਲਓ, ਰਾਤ ਨੂੰ ਫੇਰ ਏਦਾਂ ਹੀ। ਤੁਹਾਨੂੰ ਤੁਸੀਂ ਜੇ ਲਾਈਕ ਹੀ ਨਹੀਂ ਕਰਦੇ ਤੁਸੀਂ ਕੀ ਖਾਓਗੇ, ਓਕੇ, ਫਿਰ ਤੁਸੀਂ ਬਾਹਰੋਂ ਆਰਡਰ ਕਰ ਲਓ। ਤੁਸੀਂ ਸਕਿਪ ਦੇ ਆਰਡਰ ਕਰੋ ਜਾਂ ਕੁਛ ਵੀ ਉਹ ਆਰਡਰ ਕਰੋ। ਅੱਛਾ, ਸਕਿਪ ਦਾ ਆਰਡਰ ਤਾਂ ਤੁਹਾਡੇ ਰੂਮ ਦੇ ਵਿੱਚ ਪਹੁੰਚਾਇਆ ਜਾਂਦਾ, ਬਾਹਰ ਛੱਡ ਦਿੰਦੇ ਆ। ਮੈਂ ਇਸੇ ਤਰ੍ਹਾਂ ਟਰਾਈ ਕੀਤਾ ਆਪਣੇ ਇੱਕ ਕੁਲੀਗ ਤੋਂ ਆਰਡਰ ਫੂਡ ਘਰੋਂ ਮੰਗਵਾਉਣ ਦੇ, ਵੀ ਤੁਸੀਂ ਹੋਟਲ ਦੇ ਡ੍ਰੌਪ ਆਫ ਕਰ ਦਿਓ ਤੇ ਜਾਂ ਰੂਮ ਦੇ ਬਾਹਰ ਰੱਖ ਦਿਓ, ਮੈਂ ਆਪਣਾ ਉਹ ਲੈ ਲਵਾਂਗੇ। ਉਹ ਆਏ ਆ ਨੈਕਸਟ ਡੇ, ਰੂਮ ਦੀ ਆਪਣੇ ਨੈਗੇਟਿਵ ਰਿਪੋਰਟ ਆ ਗਈ ਸੀਗੀ। ਮੈਂ ਨੈਕਸਟ ਡੇ ਚੈੱਕਆਊਟ ਕਰ ਸਕਦਾ ਸੀ, ਰੂਮ ਛੱਡ ਸਕਦਾ ਸੀ। ਬਟ ਉਹ ਫਾਈਂਡ ਆਊਟ ਕੀਤਾ ਕਿ 3 ਦਿਨ ਦੀ ਮਨੀ ਲਈ ਆ, ਉਹ ਕਹਿੰਦੇ ਆ ਨਾਨ ਰਿਫੰਡੇਬਲ, ਅਸੀਂ ਤੁਹਾਨੂੰ ਪੈਸੇ ਨਹੀਂ ਮੋੜਨੇ, ਚਾਹੇ ਤੁਸੀਂ 2 ਦਿਨ ਹੀ ਰੱਖ ਲਓ। ਅੱਛਾ, ਮਤਲਬ ਤੁਸੀਂ 에ਅਰਪੋਰਟ ਤੋਂ ਜਦੋਂ ਉਤਰੇ ਹੋ ਉਦੋਂ ਤੁਹਾਡਾ ਇਹ ਟੈਸਟ ਹੋਇਆ ਕੋਵਿਡ ਦਾ? ਹਾਂਜੀ, 에ਅਰਪੋਰਟ ਦੇ ਉੱਤੇ ਟੈਸਟ ਹੁੰਦਾ, 에ਅਰਪੋਰਟ ਤੇ ਤੁਹਾਡਾ ਟੈਸਟ ਹੋਇਆ। ਤੇ ਇਹ ਟੈਸਟ ਦੀ ਰਿਪੋਰਟ ਤੁਹਾਨੂੰ ਕਿੰਨੀ ਦੇਰ ਬਾਅਦ ਮਿਲ ਗਈ ਸੀਗੀ ਵੀ ਤੁਸੀਂ ਨੈਗੇਟਿਵ ਹੋ? 24 ਆਵਰ ਮਿਲ ਜਾਂਦੀ ਆ, ਔਰ ਤੁਸੀਂ ਜਦੋਂ ਰਿਪੋਰਟ ਆ ਗਈ ਤੁਸੀਂ ਚੈੱਕਆਊਟ ਕਰ ਸਕਦੇ ਹੋ ਆਪਣੀ ਜਿਹੜੀ ਕੁਆਰੰਟਾਈਨ ਨੈਕਸਟ ਪਲੇਸ ਆ, ਉੱਥੇ ਤੁਸੀਂ ਜਾ ਸਕਦੇ ਹੋ। ਠੀਕ ਹੈ। ਤੇ ਨੈਕਸਟ ਡੇ ਮਤਲਬ ਜੋ ਤੁਸੀਂ ਹੋਟਲ 'ਚ ਪਹੁੰਚ ਗਏ, ਹੋਟਲ ਦਾ ਤੁਸੀਂ ਕੀ ਨਾਮ ਦੱਸਿਆ? ਐਕਸਕਲੂਸਿਵ ਹੋਟਲ ਵੈਨਕੂਵਰ। ਓਕੇ। ਸੋ ਇਸ ਹੋਟਲ ਦੇ ਵਿੱਚ ਜਦੋਂ ਤੁਸੀਂ ਪਹੁੰਚਦੇ ਹੋ ਤੇ 1 ਦਿਨ ਤੁਸੀਂ ਰਹੇ ਹੋ, ਤੇ ਉਸ ਤੋਂ ਪਹਿਲਾਂ ਜਿਹੜੀ ਪੇਮੈਂਟ ਹੈ ਤੁਹਾਡੀ ਉਹ 3 ਦਿਨ ਦੀ ਹੋ ਚੁੱਕੀ ਸੀਗੀ? ਪੇਮੈਂਟ 3 ਦਿਨ ਦੀ ਹੋ ਚੁੱਕੀ ਆ। ਤੁਸੀਂ $1100 ਚਾਹੇ 3 ਦਿਨ ਰਹੋ, ਰਿਪੋਰਟ ਆ ਗਈ, ਚਾਹੇ ਨਾ ਰਹੋ, ਤੁਹਾਨੂੰ ਉਹਨਾਂ ਨੇ ਪੈਸੇ ਰਿਟਰਨ ਨਹੀਂ ਕਰਨੇ। ਓਕੇ। ਤੁਸੀਂ $1100 ਪੇ ਕੀਤਾ? ਹਾਂਜੀ, ਨੀਅਰ ਅਬਾਊਟ 1100।
ਓਕੇ, ਸੋ ਜਿਸ ਟਾਈਮ ਤੇ ਤੁਹਾਡੀ ਰਿਪੋਰਟ ਨੈਗੇਟਿਵ ਆ ਗਈ, ਅਗਲੇ ਦਿਨ ਤੁਹਾਨੂੰ ਪਤਾ ਲੱਗ ਗਿਆ ਵੀ ਰਿਪੋਰਟ ਨੈਗੇਟਿਵ ਹੈ, ਉਹਨਾਂ ਨੇ ਤੁਹਾਨੂੰ ਇਹ ਵਿਕਲਪ ਦਿੱਤਾ ਵੀ ਤੁਸੀਂ ਨੈਗੇਟਿਵ ਤੁਹਾਡੀ ਰਿਪੋਰਟ ਆਈ ਹੈ, ਵੀ ਤੁਸੀਂ ਰਹਿਣਾ ਚਾਹੋ ਤਾਂ ਰਹਿ ਸਕਦੇ ਹੋ ਹੋਟਲ ਦੇ ਵਿੱਚ, ਤੇ ਜਾਣਾ ਚਾਹੋ ਤਾਂ ਜਾ ਸਕਦੇ ਹੋ? ਜਾ ਸਕਦੇ ਹਾਂ, ਹਾਂਜੀ। ਤੇ ਮੈਂ ਉਹਨਾਂ ਨੂੰ ਪੈਸੇ ਬਾਰੇ ਪੁੱਛਿਆ ਗਵਰਨਮੈਂਟ ਦੇ ਤੇ ਤੁਸੀਂ ਡਿਸਾਈਡ ਕੀਤਾ ਵੀ ਤੁਸੀਂ ਜਾਣਾ ਚਾਹੁੰਦੇ ਹੋ ਕਿਉਂਕਿ ਰਿਪੋਰਟ ਨੈਗੇਟਿਵ ਆ ਗਈ ਹੈ ਤਾਂ ਮੈਂ ਘਰ ਜਾਣਾ ਚਾਹੁੰਦਾ? ਹਾਂਜੀ, ਬਟ ਉਹ ਕਹਿੰਦੇ ਅਸੀਂ ਪੈਸੇ ਰਿਟਰਨ ਨਹੀਂ ਕਰਨਗੇ, ਤੁਸੀਂ ਜਾਣਾ ਜਾਓ, ਨਹੀਂ ਜਾਣਾ ਨਾ ਜਾਓ। ਅੱਛਾ, ਹਾਂਜੀ, ਪੈਸੇ ਤੇ 3 ਦਿਨ ਦੇ ਤੁਹਾਡੇ ਕੋਲੋਂ ਲੈ ਗਏ? ਪੈਸੇ 3 ਦਿਨ ਦੇ ਲੈ ਲਏ ਆ। ਹੁਣ ਫਲਾਈਟ ਦੇਖੋ 2 ਦਿਨ ਬਾਅਦ ਆ ਫਲਾਈਟ, ਜੇ ਆਪਾਂ ਫਲਾਈਟ ਚੇਂਜ ਕਰਨੇ ਆ, ਫਲਾਈਟ ਦੀ ਵੀ ਚੇਂਜਿੰਗ ਦੇ ਪੈਸੇ ਪੈ ਜਾਣੇ। ਫਿਰ ਬੰਦਾ ਉਹੀ ਕਹਿੰਦਾ ਵੀ ਕੋਈ ਨਹੀਂ 2 ਦਿਨ ਤੁਸੀਂ ਹੋਰ ਇੱਥੇ ਰਹਿ ਲਓ, ਘਰੇ ਜਾ ਕੇ ਵੀ ਆਪਾਂ ਰਹਿਣੀ ਆ। ਬਟ ਜੇ ਹੁਣ ਕੋਈ ਪਰਸਨ ਵੈਨਕੂਵਰ ਰਹਿ ਰਿਹਾ, ਚਲੋ ਮੇਰੀ ਤਾਂ ਸਟੋਰੀ ਇਹ ਸੀ ਕਿ ਮੈਂ ਵਿਨੀਪੈਗ ਆ, ਜੇ ਕੋਈ ਪਰਸਨ ਵਿਨੀਪੈਗ ਨਹੀਂ ਵੈਨਕੂਵਰ ਰਹਿ ਰਿਹਾ, ਉਹ ਤਾਂ ਆਪਣੇ ਘਰੇ ਨੈਕਸਟ ਡੇ ਜਾ ਸਕਦਾ ਨਾ, ਕਿਉਂਕਿ ਉਹਨੇ ਤਾਂ ਉੱਥੋਂ ਟੈਕਸੀ ਕਰਨੀ ਆ, ਆਪਣੇ ਘਰੇ ਚਲੇ ਜਾਊਗਾ ਜੀ। ਓਕੇ, ਸੋ ਉਹਨੂੰ ਤਾਂ ਪੈਸੇ ਰਿਟਰਨ ਕਰਨੇ ਚਾਹੀਦੇ ਆ। ਤੇ ਹੋਟਲ ਵਾਲੇ ਇੰਨੇ ਜ਼ਿਆਦਾ ਬਿਜ਼ੀ ਨੇ, ਦੇ ਡੋਂਟ ਕੇਅਰ ਅਬਾਊਟ ਇਟ, ਕੇਅਰ ਹੀ ਨਹੀਂ ਕਰ ਰਹੇ, ਕਿਸੇ ਦੀ ਕੋਈ ਗੱਲ ਹੀ ਨਹੀਂ ਸੁਣਦੇਗੇ। ਤੁਸੀਂ ਜਦੋਂ ਹੁਣ ਦੇਖੋ ਆਪਣੀ ਨੈਗੇਟਿਵ ਰਿਪੋਰਟ ਆ ਚੁੱਕੀ ਹੈ ਇੱਕ ਵਾਰ, ਜਦੋਂ ਤੁਸੀਂ ਨੈਕਸਟ ਡੇ ਵੀ ਚੈੱਕ ਆਊਟ ਕਰਨਾ ਹੀ ਆ, ਤੇ ਉਦੋਂ ਤੁਹਾਨੂੰ ਅਲਾਓ ਆ ਬਾਹਰ ਜਾਣ ਦਾ। ਹੁਣ ਮੈਂ ਫੂਡ ਕਾਊਂਟਰ ਤੇ ਮੰਗਾਇਆ, ਤੇ ਮੈਂ ਕਿਹਾ ਮੈਂ ਫੂਡ ਇਹਨਾਂ ਨੂੰ ਭੇਜ ਦਿਓ, ਇੱਥੇ ਦੇ ਜਾਣ। ਕਹਿੰਦੇ ਇਹ ਵੀ ਨਹੀਂ ਅਲਾਓ। ਓਕੇ, ਮੈਂ ਕਿਹਾ ਫਿਰ ਮੈਂ ਆ ਕੇ ਲੈ ਜਾਣਾ। ਕਹਿੰਦੇ ਤੁਸੀਂ ਵੀ ਨਹੀਂ ਅਲਾਓ। ਮੈਂ ਕਿਹਾ ਓਕੇ, ਫਿਰ ਜਦੋਂ ਕੱਲ ਨੂੰ ਮੈਂ ਚੈੱਕ ਆਊਟ ਕਰਨਾ ਉਦੋਂ ਕਿਸ ਤਰ੍ਹਾਂ ਅਲਾਓ ਆ? ਉਦੋਂ ਵੀ ਮੈਂ ਬਾਹਰ ਹੀ ਨਿਕਲਣਾ, ਉਦੋਂ ਵੀ ਤੁਸੀਂ ਮੈਨੂੰ ਛੱਡ ਕੇ ਆਉਣਾ, ਤੇ ਉਦੋਂ ਵੀ ਪਲੇਨ ਦੇ ਵਿੱਚ ਜਾਣਾ, ਫਿਰ ਅਲਾਓ ਨਹੀਂ ਹੈਗਾ। ਫਿਰ ਕਿੱਦਾਂ ਅਲਾਓ? ਤੁਹਾਡੀ ਜਦੋਂ ਰਿਪੋਰਟ ਕੋਵਿਡ ਦੀ ਨੈਗੇਟਿਵ ਆ ਚੁੱਕੀ ਸੀ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਾਹਰੋਂ ਫੂਡ ਪਿਕ ਕਰਨ ਜਾਣਾ ਤੇ ਤੁਹਾਨੂੰ ਜਾਣ ਦਿੱਤਾ ਜਾਏ? ਨਹੀਂ, ਮੇਰਾ ਫੂਡ ਮੈਂ ਕਿਹਾ ਤੁਹਾਡੇ ਟੇਬਲ ਤੇ ਕਾਊਂਟਰ ਦੇ ਉੱਤੇ ਕੋਈ ਡ੍ਰੌਪ ਕਰ ਜਾਂਦਾ। ਓਕੇ, ਹਾਂ। ਤੇ ਜਾਂ ਉਹ ਮੇਰੇ ਰੂਮ ਦੇ ਬਾਹਰ ਫੜਾ ਜਾਂਦੇ ਆ। ਕਹਿੰਦੇ ਨਹੀਂ, ਇਹ ਅਲਾਓ ਨਹੀਂ, ਤੇ ਇਹ ਵੀ ਨਹੀਂ, ਤੁਸੀਂ ਵੀ ਨਹੀਂ ਥੱਲੇ ਆ ਕੇ ਆ ਸਕਦੇ। ਮੈਂ ਫਿਰ ਇਹ ਕੀ ਗੱਲ ਹੋਈ ਵੀ ਕੱਲ ਨੂੰ ਵੀ ਮੈਂ ਜਾਣਾ ਹੀ ਆ, ਹੁਣ ਤੁਸੀਂ ਮੈਨੂੰ ਕਹਿੰਦੇ ਜਾ ਨਹੀਂ ਸਕਦੇ, ਰਿਪੋਰਟ ਮੇਰੀ ਨੈਗੇਟਿਵ ਆ। ਤਾਂ ਉਸ ਟਾਈਮ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਤੁਹਾਨੂੰ? ਮੈਂ ਕਿਹਾ ਆਈ ਕੈਨ ਚੈੱਕ ਆਊਟ ਯੂਰ ਹੋਟਲ ਰਾਈਟ ਨਾਓ। ਸੋ ਮੇਲਦੀਪ ਜੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਦੇਖੋ, ਰਿਕੁਐਸਟ ਆ ਕਿ ਤੁਸੀਂ ਪੇਮੈਂਟ ਲੈ ਰਹੇ ਹੋ, ਸਿਸਟਮ ਲੈ ਰਹੇ ਹੋ, ਐਟਲੀਸਟ ਫੂਡ ਤਾਂ ਜੈਨੂਇਨ ਪ੍ਰੋਵਾਈਡ ਕਰੋ, ਨੰਬਰ 1। ਨੰਬਰ 2, ਸਰਵਿਸ ਰੂਮ ਦੀ ਚਾਹੀਦੀ ਆ। ਨੰਬਰ 3, ਜਿੰਨੇ ਦਿਨ ਬੰਦਾ ਰਹਿ ਰਿਹਾ, ਜੇ ਬੰਦੇ ਨੂੰ 1 ਦਿਨ ਰਹਿ ਰਿਹਾ ਤਾਂ ਉਹਨੂੰ ਤੁਸੀਂ ਤੁਸੀਂ ਲਾਓ ਕਰਤਾ 3 ਡੇ 100% ਆ। ਓਕੇ, ਫਿਰ ਨੈਕਸਟ ਡੇ ਰਿਪੋਰਟ ਨੈਗੇਟਿਵ ਆਉਂਦੀ ਆ, ਉਹ ਜਾ ਸਕਦਾ, ਬਟ ਉਹਦੀ ਜੇ ਉਹ 1 ਦਿਨ ਬਾਅਦ ਜਾਂਦਾ ਤਾਂ ਉਹਨੂੰ 2 ਦਿਨ ਦੇ ਪੈਸੇ ਦਾ ਰਿਟਰਨ ਕੀਤੇ ਜਾਣ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।